ਬਾਪ, ਬੇਟਾ ਅਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ। ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਬਹੁਤ ਪਿਆਰੇ ਭਰਾਓ, ਭੈਣੋ ਅਤੇ ਬੱਚਿਓ, ਸਾਰਿਆਂ ਨੂੰ ਜੈ ਯਿਸੂ ਮਸੀਹ ਦੀ। ਅੱਜ ਪਾਕ ਕਲੀਸਿਆ ਪਾਦੂਆ ਦੇ ਸੰਤ ਅੰਟਨੀ ਦੀ ਈਦ ਮਨਾਉਂਦੀ ਹੈ ਔਰ ਮੈਂ ਤੁਹਾਨੂੰ ਇਸ ਮਹਾਨ ਈਦ ਦੇ ਮੌਕੇ 'ਤੇ ਬਹੁਤ ਵਧਾਈ ਦੇਣਾ ਚਾਹੁੰਦਾ ਹਾਂ। ਪਿਆਰੇ ਭਰਾਓ ਅਤੇ ਭੈਣੋ, ਅੱਜ ਇੱਕ ਵਾਰ ਫਿਰ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਪ੍ਰਭੂ ਦੇ ਵਚਨਾਂ ਦੇ ਰਾਹੀਂ ਗੱਲਬਾਤ ਕਰਨ ਦੇ ਲਈ ਜਾ ਰਿਹਾ ਹਾਂ। ਵਿਸ਼ਵਾਸ ਹੈ ਕਿ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਸਹੀ ਸਲਾਮਤ ਹੋ। ਖੁਦਾ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇਵੇ। ਔਰ ਅੱਜ ਦਾ ਜੋ ਪਹਿਲਾ ਪਾਠ ਹੈ, ਪਹਿਲਾ ਇਤਿਹਾਸ, ਉਹਦਾ 19 ਅਧਿਆਇ 19 ਤੋਂ ਲੈ ਕੇ 21 ਤੱਕ ਪੜ੍ਹਿਆ ਗਿਆ ਹੈ ਅਤੇ ਪਾਕ ਅੰਜੀਲ ਸੰਤ ਮਤੀ ਦੀ ਅੰਜੀਲ ਉਹਦਾ 5 ਅਧਿਆਇ 33 ਤੋਂ ਲੈ ਕੇ 37 ਤੱਕ। ਔਰ ਅੱਜ ਦਾ ਵਿਸ਼ਾ ਇਹ ਹੈ, ਹਾਂ ਜਾਂ ਨਾ, ਯੈਸ ਔਰ ਨੋ। ਹੁਣ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਇਸ ਮਹਾਨ ਸੰਤ ਦੀ ਜੀਵਨੀ ਦੇ ਬਾਰੇ ਕੁਝ ਕਹਿਣਾ ਚਾਹੁੰਦਾ ਹਾਂ। ਪਿਆਰੇ ਭਰਾਓ ਅਤੇ ਭੈਣੋ, ਪਾਦੂਆ ਦੇ ਸੰਤ ਅੰਟਨੀ ਦਾ ਜਨਮ 15 ਅਗਸਤ 1195 ਲਿਸਬਨ, ਪੁਰਤਗਾਲ ਵਿੱਚ ਹੋਇਆ ਅਤੇ ਇਹ ਫਾਦਰ ਫਰਾਂਸਿਸਕਨ ਜਮਾਤ ਦਾ ਪੁਰੋਹਿਤ ਸੀ ਅਤੇ ਦੱਸਿਆ ਜਾਂਦਾ ਹੈ ਕਿ ਪਾਕ ਕਲੀਸਿਆ ਨੇ ਇਸ ਨੂੰ ਇੱਕ ਬਹੁਤ ਵੱਡਾ ਪ੍ਰਚਾਰਕ ਅਤੇ ਵਿਦਵਾਨ ਹੋਣ ਦਾ ਰੁਤਬਾ ਦਿੱਤਾ ਸੀ ਅਤੇ ਸੰਤ ਅੰਟਨੀ ਨੇ ਆਪਣੇ ਪ੍ਰਚਾਰ ਦੇ ਰਾਹੀਂ ਬਹੁਤ ਸਾਰੀਆਂ ਰੂਹਾਂ ਨੂੰ ਬਚਾਇਆ, ਬਹੁਤ ਸਾਰਿਆਂ ਦੇ ਮਨਾਂ ਦੇ ਸ਼ੱਕ ਨੂੰ ਦੂਰ ਕੀਤਾ ਅਤੇ ਪ੍ਰਭੂ 'ਤੇ ਵਿਸ਼ਵਾਸ ਕਰਨ ਦੇ ਲਈ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਿੱਖਿਆ ਦਿੱਤੀ। ਦੱਸਿਆ ਜਾਂਦਾ ਹੈ ਕਿ ਫਰਾਂਸਿਸ ਅਸੀਸੀ ਦੇ ਜਮਾਤ ਦੇ ਪੁਰੋਹਿਤਾਂ ਨੂੰ ਸਿੱਖਿਆ ਦੇਣ ਦੀ ਵੀ ਜ਼ਿੰਮੇਵਾਰੀ ਇਸ ਨੂੰ ਸੌਂਪੀ ਗਈ ਸੀ ਅਤੇ ਉਸ ਨੂੰ ਬਾਲਕ ਯਿਸੂ ਦੇ ਦਰਸ਼ਨ ਵੀ ਹੋਏ। ਸੰਤ ਅੰਟਨੀ ਅੱਗੇ ਗੁਆਚੀਆਂ ਚੀਜ਼ਾਂ ਲੱਭਣ ਲਈ ਵੀ ਸਿਫਾਰਿਸ਼ ਮੰਗੀ ਜਾਂਦੀ ਹੈ। ਪਿਆਰੇ ਭਰਾਓ, ਸੰਤ ਅੰਟਨੀ ਦੇ ਜੀਵਨ ਦੇ ਵਿੱਚ ਬਹੁਤ ਸਾਰੇ ਜੋ ਚਮਤਕਾਰ ਹੋਏ ਅਤੇ ਇੱਕ ਦੋ ਚਮਤਕਾਰਾਂ ਦੇ ਬਾਰੇ ਮੈਂ ਤੁਹਾਡੇ ਸਾਹਮਣੇ ਜ਼ਿਕਰ ਕਰਨਾ ਚਾਹਾਂਗਾ ਕਿ ਸੰਤ ਅੰਟਨੀ ਨੂੰ ਖੁਦਾ ਨੇ ਬਚਪਨ ਦੇ ਵਿੱਚ ਉਹਦੀ ਮਾਂ ਦੀ ਕੁੱਖੋਂ ਚੁਣ ਲਿਆ ਸੀ ਆਪਣੀ ਸੇਵਾ ਦੇ ਲਈ। ਸੈਮਿਨਰੀ ਦੇ ਵਿੱਚ ਗਿਆ, ਪੜ੍ਹਾਈ ਕੀਤੀ, ਮਨ ਲਗਾ ਕੇ ਉੱਥੇ ਰਿਹਾ, ਪੁਰੋਹਿਤ ਬਣਿਆ ਅਤੇ ਕਿਸ ਤਰ੍ਹਾਂ ਪ੍ਰਭੂ ਦੀ ਸੇਵਾ ਦੇ ਲਈ ਉਸਨੇ ਆਪਣੇ ਜੀਵਨ ਨੂੰ ਸਮਰਪਿਤ ਕੀਤਾ ਅਤੇ ਪ੍ਰਭੂ ਨੇ ਸੱਚਮੁੱਚ ਪਵਿੱਤਰ ਆਤਮਾ ਦਾ ਵਰਦਾਨ ਦਿੱਤਾ ਸੀ ਔਰ ਹਮੇਸ਼ਾ ਉਹ ਵਚਨਾਂ ਨੂੰ ਲੋਕਾਂ ਦੇ ਨਾਲ ਸਾਂਝਾ ਕਰਨ ਦੇ ਲਈ ਤਿਆਰ ਰਹਿੰਦਾ ਸੀ। ਔਰ ਦੱਸਿਆ ਜਾਂਦਾ ਹੈ ਕਿ ਉਹਨਾਂ ਦਾ ਜੋ ਦਿਹਾਂਤ ਯਾਨੀ ਕਿ ਸਵਰਗਵਾਸ 13 ਜੂਨ 1231 ਨੂੰ ਪਾਦੂਆ, ਇਟਲੀ ਦੇ ਵਿੱਚ ਹੋ ਗਿਆ ਸੀ। ਉਹਨਾਂ ਦੇ ਇੱਕ ਦੋ ਚਮਤਕਾਰ ਦੇ ਬਾਰੇ ਮੈਂ ਹੁਣ ਜ਼ਿਕਰ ਕਰਨ ਦੇ ਲਈ ਜਾ ਰਿਹਾ ਹਾਂ ਕਿ ਇੱਕ ਵਾਰ ਜਦੋਂ ਉਹਨਾਂ ਦੇ ਮਨ ਵਿੱਚ ਇੱਛਾ ਸੀ ਕਿ ਉਹ ਉੱਥੋਂ ਦੇ ਇਲਾਕੇ, ਸ਼ਹਿਰ ਦੇ ਲੋਕਾਂ ਨੂੰ ਪ੍ਰਭੂ ਦਾ ਸ਼ੁਭ ਸਮਾਚਾਰ ਸੁਣਾਉਣ, ਤੇ ਲੋਕ ਸ਼ੁਭ ਸਮਾਚਾਰ ਸੁਣਨ ਦੇ ਲਈ ਤਿਆਰ ਨਹੀਂ ਸਨ, ਤਾਂ ਬੜੀ ਨਿਰਾਸ਼ਾ ਸੀ ਉਹਦੇ ਮਨ ਵਿੱਚ। ਪਤਾ ਨਹੀਂ ਕਿਉਂ ਨਹੀਂ ਲੋਕ ਪ੍ਰਭੂ ਦੇ ਵਚਨ ਨੂੰ ਸੁਣ ਰਹੇ। ਇਸ ਲਈ ਉਹ ਬਾਹਰ ਗਿਆ, ਪਿੰਡ ਤੋਂ ਬਾਹਰ ਗਿਆ, ਸ਼ਹਿਰ ਤੋਂ ਕਿਸੇ ਸਮੁੰਦਰ ਦੇ ਕਿਨਾਰੇ, ਅਤੇ ਉੱਥੇ ਜਾ ਕੇ ਉਸਨੇ ਸਮੁੰਦਰ ਦੇ ਕਿਨਾਰੇ ਉਹਨਾਂ ਮੱਛੀਆਂ ਨੂੰ ਪ੍ਰਭੂ ਦਾ ਵਚਨ ਸੁਣਾਉਣਾ ਸ਼ੁਰੂ ਕਰ ਦਿੱਤਾ। ਕਹਿੰਦੇ ਮੱਛੀਆਂ ਨੇ ਆਪਣੇ ਸਿਰਾਂ ਨੂੰ ਉੱਪਰ ਕੀਤਾ ਅਤੇ ਕਿਸ ਤਰ੍ਹਾਂ ਜੋ ਕਿ ਸੰਤ ਅੰਟਨੀ ਦੇ ਵਚਨਾਂ ਨੇ ਸੁਣਿਆ, ਪ੍ਰਭੂ ਦੇ ਵਚਨਾਂ ਨੇ ਸੁਣਿਆ। ਜਦੋਂ ਉੱਥੇ ਇੱਕ ਦੋ ਲੋਕਾਂ ਨੂੰ ਪਤਾ ਲੱਗਾ ਤੇ ਪਿੰਡ ਦੇ ਸਾਰੇ ਲੋਕ ਉੱਥੇ ਬਾਹਰ ਆ ਗਏ ਤੇ ਸਾਰਿਆਂ ਨੇ ਇਸ ਚਮਤਕਾਰ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਿਆ। ਫਿਰ ਲੋਕਾਂ ਨੇ ਪਛਤਾਵਾ ਕੀਤਾ ਅਤੇ ਦੱਸਿਆ ਕਿ ਫਾਦਰ ਜੀ, ਸਾਨੂੰ ਪ੍ਰਭੂ ਦੇ ਵਚਨ ਸੁਣਾਓ ਤਾਂ ਜੋ ਸਾਡਾ ਜੀਵਨ ਬਦਲ ਜਾਵੇ, ਸਾਡੇ ਪਾਪ ਪ੍ਰਭੂ ਜੀ ਮਾਫ ਕਰੇ ਅਤੇ ਸਾਡੇ ਜੀਵਨ ਦੇ ਵਿੱਚ ਪ੍ਰਭੂ ਬਰਕਤਾਂ ਦੇਵੇ। ਬਹੁਤ ਸਾਰੇ ਲੋਕ ਹੈਰਾਨ ਰਹਿੰਦੇ ਸਨ ਜਦੋਂ ਸੰਤ ਅੰਟਨੀ ਦੁਆ ਕਰਦਾ ਅਤੇ ਬਹੁਤ ਸਾਰੇ ਚਮਤਕਾਰ ਵੀ ਹੁੰਦੇ ਸਨ। ਇਸੇ ਤਰ੍ਹਾਂ ਇੱਕ ਹੋਰ ਚਮਤਕਾਰ ਹੈ, ਕਹਿੰਦੇ ਕਿ ਕਿਸੇ ਵਿਅਕਤੀ ਨੇ, ਉਸ ਸ਼ਹਿਰ ਦੇ ਵਿਅਕਤੀ ਨੇ, ਜੋ ਬੜਾ ਸ਼ਾਹੂਕਾਰ ਸੀ, ਕਹਿੰਦਾ ਕਿ ਪਾਕ ਸ਼ਕਤੀ ਵਿੱਚ ਕੋਈ ਸ਼ਕਤੀ ਨਹੀਂ ਹੈ, ਇਹਦੇ ਵਿੱਚ ਖੁਦਾ ਨਹੀਂ ਹੈ। ਤੇ ਸੰਤ ਅੰਟਨੀ ਨੂੰ
ਉਸਨੂੰ ਇਹ ਜੋ ਕਿ ਚੈਲੰਜ ਕੀਤਾ, ਸ਼ਰਤ ਲਗਾ ਸੰਤਾਂ ਨੇ, ਕਹਿੰਦਾ ਠੀਕ ਹੈ ਤੇਰੇ ਕੋਲ ਗਧਾ ਹੈ, ਤੂੰ ਆਪਣੇ ਗਧੇ ਨੂੰ ਜੋ ਕਿ 1-2 ਦਿਨ ਚਾਰਾ ਨਹੀਂ ਦੇਣਾ, ਤੂੰ ਉਸਨੂੰ ਲੈ ਕੇ ਆਉਣਾ ਹੈ ਇੱਥੇ ਚਰਚ ਦੇ ਵਿੱਚ। ਤੇ ਕਹਿੰਦੇ ਚਰਚ ਤੋਂ ਬਾਅਦ ਜਦੋਂ 1-2 ਦਿਨਾਂ ਦੇ ਬਾਅਦ ਉਹ ਗਧਾ ਜੋ ਮਾਲਕ ਆਪਣੇ ਗਧੇ ਨੂੰ ਲੈ ਕੇ ਆਇਆ, ਜਿਸ ਨੂੰ 2-3 ਦਿਨ ਉਸਨੇ ਪੱਠੇ ਨਹੀਂ ਦਿੱਤੇ ਜਾਂ ਉਹਨੂੰ ਚਾਰਾ ਨਹੀਂ ਦਿੱਤਾ, ਤੇ ਕਹਿੰਦੇ ਉਹ ਭੁੱਖਾ ਸੀ। ਅਤੇ ਸੰਤ ਅੰਦਰ ਚਰਚ ਦੇ ਵਿੱਚੋਂ ਬਾਹਰ ਜਦੋਂ ਪਾਕਸ਼ਾਕ ਲੈ ਕੇ ਆਇਆ ਤਾਂ ਬਹੁਤ ਵੱਡੀ ਭੀੜ ਸੀ ਉੱਥੇ। ਤੇ ਕਹਿੰਦੇ ਕਿ ਜੋ ਕਿ ਚਾਰਾ ਪਿਆ ਸੀ ਤੇ ਗਧੇ ਨੇ ਚਾਰਾ ਨਹੀਂ ਖਾਧਾ। ਜਦੋਂ ਪਾਕਸ਼ਾਕ ਲੈਣ ਦੇ ਲਈ ਆਏ ਤਾਂ ਉਸਨੇ ਘੁਟਨੇ ਟੇਕ ਕੇ ਪਾਕਸ਼ਾਕ ਦੇ ਅੱਗੇ ਜੋ ਸਜਦਾ ਕੀਤੀ। ਇੱਥੇ ਲੋਕੀ ਹੈਰਾਨ ਰਹਿ ਗਏ ਕਿ ਸੱਚਮੁੱਚ ਪ੍ਰਭੂ ਦੀ ਹਜ਼ੂਰੀ ਜੋ ਪਾਕਸ਼ਾਕ ਵਿੱਚ ਹੈ। ਇਵਨ ਜਾਨਵਰ ਵੀ ਜੋ ਪਾਕਸ਼ਾਕ ਜਾਂ ਕਿ ਪ੍ਰਭੂ ਦੀ ਹਜ਼ੂਰੀ ਨੂੰ ਦੁਨੀਆ ਦੇ ਵਿੱਚ ਮਹਿਸੂਸ ਕਰਦੇ ਹਨ। ਠੀਕ ਮੇਰੇ ਪਿਆਰੇ ਭਰਾ ਤੇ ਭੈਣੋ, ਖੁਦਾ ਨੇ ਸਾਨੂੰ ਸਾਰਿਆਂ ਨੂੰ ਚੁਣਿਆ ਹੈ ਆਪਣੀ ਸੇਵਾ ਦੇ ਲਈ। ਖੁਦਾ ਸਾਡੇ ਤੋਂ ਕੰਮ ਲੈਂਦਾ ਹੈ। ਖੁਦਾ ਨੇ ਸਾਨੂੰ ਚੁਣਿਆ, ਨਾ ਕਿ ਅਸੀਂ ਪਰਮੇਸ਼ਰ ਨੂੰ ਚੁਣਿਆ ਹੈ। ਜਦੋਂ ਅੱਜ ਦਾ ਪਹਿਲਾ ਪਾਠ ਅਸੀਂ ਜੋ ਪੜ੍ਹਦੇ ਹਾਂ ਤੇ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਅਲੀਸ਼ਾ ਨਬੀ ਦੀ ਬੁਲਾਹਟ ਦੇ ਬਾਅਦ ਏਲੀਆ ਅਲੀਸ਼ਾ ਨਬੀ ਨੂੰ ਪਰਮੇਸ਼ਵਰ ਦੀ ਸੇਵਾ ਕਰਨ ਦੇ ਲਈ ਬੁਲਾਉਂਦਾ ਹੈ, ਔਰ ਅਲੀਸ਼ਾ ਨਬੀ ਏਲੀਆ ਦੀ ਗੱਲ ਨੂੰ ਮੰਨਣ ਦੇ ਲਈ ਤਿਆਰ ਹੈ, ਉਹਦੇ ਨਾਲ ਜਾ ਕੇ ਉਹਦੀ ਸੇਵਾ ਕਰਨ ਦੇ ਲਈ ਤਿਆਰ ਹੈ। ਜਦੋਂ ਅਸੀਂ ਪਹਿਲਾ ਇਤਿਹਾਸ ਪੜ੍ਹਦੇ ਹਾਂ ਤਾਂ 19 ਅਧਿਆਇ 20 ਦੇ ਵਿੱਚ ਵਚਨ ਲਿਖਿਆ ਹੈ ਕਿ ਅਲੀਸ਼ਾ ਨੇ ਤੁਰੰਤ ਆਪਣਾ ਹਲ ਛੱਡ ਦਿੱਤਾ ਅਤੇ ਉਹ ਦੌੜ ਕੇ ਏਲੀਆ ਦੇ ਕੋਲ ਗਿਆ ਤੇ ਬੋਲਿਆ, ਮੈਨੂੰ ਜਾ ਕੇ ਆਪਣੇ ਮਾਤਾ ਪਿਤਾ ਨੂੰ ਮਿਲ ਆਉਣ ਦਿਓ, ਤਾਂ ਮੈਂ ਵਾਪਸ ਆ ਕੇ ਤੁਹਾਡੇ ਪਿੱਛੇ ਚੱਲਾਂਗਾ। ਔਰ ਠੀਕ ਪਿਆਰੇ ਭਰਾ ਤੇ ਭੈਣੋ, ਜਦੋਂ ਅਸੀਂ ਅੱਗੇ ਵਚਨ ਪੜ੍ਹਦੇ ਹੋ ਉਹਦਾ 21 ਆਇਤ ਉਹਦੇ ਵਿੱਚ ਲਿਖਿਆ ਹੈ, ਵਾਪਸ ਏਲੀਆ ਕੋਲ ਗਿਆ ਅਤੇ ਉਸ ਦੀ ਸੇਵਾ ਕਰਨ ਲੱਗਾ। ਜਦੋਂ ਪ੍ਰਭੂ ਬੁਲਾਉਂਦਾ ਹੈ, ਜਿਸ ਤਰ੍ਹਾਂ ਪ੍ਰਭੂ ਨੇ ਚੇਲਿਆਂ ਨੂੰ ਬੁਲਾਇਆ, ਚੇਲਿਆਂ ਨੇ ਆਵਾਜ਼ ਸੁਣੀ ਅਤੇ ਪ੍ਰਭੂ ਦੇ ਸ਼ੁਭ ਸਮਾਚਾਰ ਨੂੰ ਸੁਣਾਉਣ ਦੇ ਲਈ ਜੋ ਕਿ ਉਹਨਾਂ ਅੱਗੇ ਆਏ। ਠੀਕ ਪਿਆਰੇ ਭਰਾ ਤੇ ਭੈਣੋ, ਖੁਦਾ ਜੋ ਕਿ ਜੋ ਚਾਹੁੰਦਾ ਹੈ ਸਾਡੇ ਕੋਲ, ਉਸੇ ਤਰ੍ਹਾਂ ਖੁਦਾ ਕਰਾ ਵੀ ਲੈਂਦਾ ਹੈ। ਅੱਜ ਜਦੋਂ ਅਸੀਂ ਪ੍ਰਭੂ ਦਾ ਵਚਨ ਪੜ੍ਹਦੇ ਹਾਂ ਤੇ ਖੁਦਾ ਸਾਨੂੰ ਬਰਕਤ ਦਿੰਦਾ, ਕਹਿੰਦਾ ਬਸ ਤੁਹਾਡੀ ਗੱਲ ਵਿੱਚ ਹਾਂ ਦੀ ਹਾਂ, ਹਾਂ ਦੀ ਥਾਂ ਹਾਂ ਅਤੇ ਨਾ ਦੀ ਥਾਂ ਨਾ ਹੀ ਹੋਣੀ ਚਾਹੀਦੀ ਹੈ। ਜਦੋਂ ਅੱਜ ਦਾ ਪਾਕ ਅੰਜੀਲ ਅਸੀਂ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਵਚਨ ਇਹ ਲਿਖਿਆ ਹੈ ਕਿਸ ਤਰ੍ਹਾਂ ਪ੍ਰਭੂ ਨੇ ਜੋ ਕਿ ਪਹਾੜੀ ਉਪਦੇਸ਼ ਦੇ ਰਾਹੀਂ ਚੇਲਿਆਂ ਨੂੰ ਜੋ ਇੱਕ ਮਹੱਤਵਪੂਰਨ ਸਿੱਖਿਆ ਦਿੱਤੀ ਹੈ। ਕਹਿੰਦਾ ਤੁਸੀਂ ਸੁਣਿਆ ਹੈ ਪਰ ਮੈਂ ਤੁਹਾਨੂੰ ਕਹਿੰਦਾ ਹਾਂ। ਤੁਸੀਂ ਸੁਣਿਆ ਹੈ ਪਰ ਮੈਂ ਤੁਹਾਨੂੰ ਕਹਿੰਦਾ ਹਾਂ। ਕੀ ਕਹਿੰਦਾ? ਕਹਿੰਦਾ ਮੈਂ ਸਾਰਿਆਂ ਨੂੰ ਖਤਮ ਕਰਨ ਲਈ ਨਹੀਂ ਆਇਆ, ਸਗੋਂ ਪੂਰਾ ਕਰਨ ਦੇ ਲਈ ਆਇਆ ਹਾਂ। ਤੁਸੀਂ ਕਦੀ ਸਹੁੰ ਨਾ ਚੁੱਕਣਾ। ਪਹਿਲੀ ਗੱਲ, ਨਾ ਆਕਾਸ਼ ਦੀ, ਕਿਉਂ? ਕਿਉਂਕਿ ਉਹ ਪਰਮੇਸ਼ਵਰ ਦਾ ਸਿੰਘਾਸਨ ਹੈ। ਦੂਸਰੀ ਗੱਲ, ਨਾ ਧਰਤੀ ਦੀ, ਕਿਉਂ? ਕਿਉਂਕਿ ਉਹ ਪਰਮੇਸ਼ਵਰ ਦੇ ਪੈਰਾਂ ਦੀ ਚੌਂਕੀ ਹੈ। ਤੀਸਰੀ ਗੱਲ, ਨਾ ਯਰੂਸ਼ਲਮ ਦੀ, ਕਿਉਂ? ਕਿਉਂਕਿ ਉਹ ਮਹਾਨ ਰਾਜਾ ਦਾ ਸ਼ਹਿਰ ਹੈ। ਠੀਕ ਪਿਆਰੇ ਭਰਾ ਤੇ ਭੈਣੋ, ਅੰਤ ਵਿੱਚ ਪ੍ਰਭੂ ਜੀ ਕਹਿੰਦਾ ਹੈ, ਨਾ ਹੀ ਤੁਸੀਂ ਆਪਣੇ ਸਿਰ ਦੀ ਸਹੁੰ ਚੁੱਕਣਾ। ਪਿਆਰੋ, ਜਦੋਂ ਕੋਈ ਵਿਅਕਤੀ ਇੰਜ ਕਰਦਾ ਹੈ ਤਾਂ ਉਸ ਵਿੱਚ ਪਾਪ ਦੀ ਝਲਕ ਨਜ਼ਰ ਆਉਂਦੀ ਹੈ। ਉਸ ਵਿੱਚ ਝੂਠ ਬੋਲਣ ਦੀ ਆਦਤ ਹੈ। ਉਹ ਕਦੀ ਵਫਾਦਾਰ ਨਹੀਂ ਹੋ ਸਕਦਾ। ਨਾ ਉਹ ਕਦੀ ਆਪਣੇ ਮਿੱਤਰ ਦੇ ਨਾਲ ਵਫਾਦਾਰ ਹੋ ਸਕਦਾ, ਨਾ ਖੁਦਾ ਦੇ ਨਾਲ ਵਫਾਦਾਰ ਹੋ ਸਕਦਾ ਹੈ। ਸਗੋਂ ਖੁਦਾ ਦਾ ਵਚਨ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਕੋਸ਼ਿਸ਼ ਕਰੀਏ ਆਪਣੀਆਂ ਬੁਰਾਈਆਂ ਦੇ ਉੱਤੇ ਕਾਬੂ ਪਾਉਣ ਦੇ ਲਈ, ਤੋਬਾ ਕਰਨ ਦੇ ਲਈ ਕੋਸ਼ਿਸ਼ ਕਰੀਏ। ਦੂਜੀ ਗੱਲ, ਉਹ ਵਿਅਕਤੀ ਕਦੀ ਵੀ ਇੱਕ ਅੱਛਾ ਮਿੱਤਰ ਸਿੱਧ ਨਹੀਂ ਹੋ ਸਕਦਾ। ਉਹ 'ਤੇ ਕੋਈ ਵਿਸ਼ਵਾਸ ਨਹੀਂ ਕਰ ਸਕਦਾ ਜੇਕਰ ਉਹ ਝੂਠ ਬੋਲਦਾ ਹੈ ਤਾਂ ਕੋਈ ਸੱਚਾਈ ਛੁਪਾ ਕੇ ਰੱਖਦਾ ਦੇਤਾ। ਜੇਕਰ ਅਸੀਂ ਚੰਗਾ ਬਣਨਾ ਚਾਹੁੰਦੇ ਹਾਂ ਤਾਂ ਸਾਨੂੰ ਲੋੜ ਹੈ ਆਪਣੇ ਪਾਪਾਂ ਨੂੰ ਪਛਤਾਤਾਪ ਕਰਨ ਦੀ, ਪ੍ਰਭੂ ਦੇ ਵੱਲ ਮੁੜਨ ਦੇ ਲਈ, ਔਰ ਆਪਣੇ ਕੰਮ ਨੂੰ ਇਮਾਨਦਾਰੀ ਦੇ ਨਾਲ ਕਰਨ ਦੇ ਲਈ, ਸਥਿਰ ਰਹਿਣਾ ਪ੍ਰਭੂ ਦੇ ਵਚਨਾਂ ਦੇ ਵਿੱਚ। ਪਿਆਰੇ ਭਰਾ ਤੇ ਭੈਣੋ, ਖੁਦਾ ਹਮੇਸ਼ਾ ਆਪਣੇ ਬੱਚਿਆਂ ਨੂੰ ਆਸ਼ੀਸ਼ ਦਿੰਦਾ ਹੈ। ਜੋ ਕੁਝ ਵੀ ਹੋਵੇ ਇਹ ਪ੍ਰਭੂ ਦੀ ਮਰਜ਼ੀ ਦੇ ਮੁਤਾਬਿਕ ਹੋਵੇ। ਜਦੋਂ ਅਸੀਂ ਪਹਿਲਾ ਪਤਰਸ ਪੜ੍ਹਦੇ ਹਾਂ ਤਾਂ 5:6 ਵਿੱਚ ਵਚਨ ਲਿਖਿਆ ਹੈ, ਇਸ ਲਈ ਪਰਮੇਸ਼ਵਰ ਦੇ ਸ਼ਕਤੀਸ਼ਾਲੀ ਹੱਥ ਹੇਠ ਦੀਨ ਬਣ ਕੇ ਰਹੋ, ਕਿਉਂਕਿ ਉਹ ਤੁਹਾਨੂੰ ਠੀਕ ਸਮਾਂ ਆਉਣ 'ਤੇ ਉੱਨਤ ਕਰੇਗਾ। ਸੰਤ ਪਤਰਸ ਆਖਦੇ ਹਨ ਹਮੇਸ਼ਾ ਦੀਨ ਬਣ ਕੇ ਰਹਿਣਾ, ਨਿਮਰ ਬਣ ਕੇ ਰਹਿਣਾ। ਤੇ ਫਿਰ ਅੱਗੇ ਸੰਤ ਯਾਕੂਬ
ਦੱਸਦੇ ਹਨ ਉਹਦੇ 4 ਅਧਿਆਇ 6 ਆਇਤ ਵਿੱਚ, ਔਰ 10 ਆਇਤ ਵੀ ਪੜ੍ਹ ਸਕਦੇ ਹੋ। ਉਹਦੇ ਵਿੱਚ ਲਿਖਿਆ, ਪਰਮੇਸ਼ਵਰ ਹੰਕਾਰੀ ਦਾ ਵਿਰੋਧ ਕਰਦਾ ਹੈ ਪਰ ਉਹ ਦੀਨ ਤੇ ਕਿਰਪਾ ਕਰਦਾ ਹੈ। ਹੰਕਾਰੀ ਕਦੀ ਵੀ ਹੰਕਾਰ ਨਹੀਂ ਕਰਨਾ, ਹਮੇਸ਼ਾ ਪ੍ਰਭੂ ਦੀਆਂ ਨਜ਼ਰਾਂ ਵਿੱਚ ਦੀਨ ਬਣ ਕੇ ਰਹਿਣਾ ਹੈ। ਇਹ ਜੋ ਕੁਝ ਵੀ ਸਾਨੂੰ ਮਿਲਿਆ ਹੈ ਇਹ ਪ੍ਰਭੂ ਦੀ ਮਰਜ਼ੀ ਦੇ ਨਾਲ, ਪ੍ਰਭੂ ਦੀ ਇੱਛਾ ਦੇ ਨਾਲ ਸਾਡੇ ਜੀਵਨ ਦੇ ਵਿੱਚ ਸਾਨੂੰ ਬਰਕਤਾਂ ਮਿਲੀਆਂ ਹਨ। ਜਦੋਂ ਅਸੀਂ ਪੁਰਾਣੇ ਨਿਯਮ ਦੇ ਵਿੱਚ ਦੂਸਰਾ ਇਤਿਹਾਸ ਪੜ੍ਹਦੇ ਹਾਂ, ਉਹਦਾ 7 ਅਧਿਆਇ ਉਹਦੀ 14 ਆਇਤ ਵਿੱਚ ਲਿਖਿਆ ਹੈ, ਜੇਕਰ ਉਹ ਪਛਤਾਵਾ ਕਰਨ, ਕੌਣ? ਪਾਪੀ ਲੋਕ। ਜੇ ਲੋਕ ਪਛਤਾਵਾ ਕਰਨ ਅਤੇ ਬੁਰਾਈ ਨੂੰ ਛੱਡ ਕੇ ਮੇਰੇ ਕੋਲ ਆਉਣ ਤਾਂ ਮੈਂ ਉਹਨਾਂ ਨੂੰ ਆਸ਼ੀਸ਼ ਦੇਵਾਂਗਾ, ਉਹਨਾਂ ਦੇ ਧਰਤੀ ਨੂੰ ਆਸ਼ੀਸ਼ ਦੇਵਾਂਗੇ, ਉਹਦੇ ਦੇ ਕਾਰੋਬਾਰ ਨੂੰ ਆਸ਼ੀਸ਼ ਦੇਵਾਂਗੇ। ਇਹ ਪ੍ਰਭੂ ਦਾ ਵਾਅਦਾ ਹੈ ਆਪਣੇ ਲੋਕਾਂ ਦੇ ਨਾਲ। ਖੁਦਾ ਉਹਨਾਂ ਦੀ ਦੁਆ ਨੂੰ ਸੁਣਦਾ ਹੈ ਜੋ ਇਮਾਨਦਾਰੀ ਦੇ ਨਾਲ ਪ੍ਰਭੂ ਦੇ ਘਰ ਵਿੱਚ ਆਉਂਦੇ ਹਨ, ਜੋ ਦਿਲੋਂ ਪਛਤਾਤਾਪ ਕਰਦੇ ਹੋਏ ਪ੍ਰਭੂ ਦੇ ਅੱਗੇ ਦੁਆ ਕਰਦੇ ਹਨ। ਅੱਜ ਅਸੀਂ ਜਦੋਂ ਸੰਤ ਲੂਕਾ ਦੀ ਇੰਜੀਲ ਪੜ੍ਹੀਏ, ਉਹਦਾ 18 ਅਧਿਆਇ 9 ਤੋਂ ਲੈ ਕੇ 14 ਆਇਤ ਤੱਕ, ਉਹਦੇ ਵਿੱਚ ਲਿਖਿਆ, 2 ਆਦਮੀ ਮੰਦਰ ਦੇ ਵਿੱਚ ਦੁਆ ਕਰਨ ਦੇ ਲਈ ਗਏ। ਮੈਂ ਚਾਹੁੰਦਾ ਤੁਸੀਂ ਬਾਈਬਲ ਖੋਲ੍ਹ ਕੇ ਵਚਨ ਜ਼ਰੂਰ ਪੜ੍ਹਨਾ ਹੈ। ਫਰੀਸੀ ਅਤੇ ਟੈਕਸ ਲੈਣ ਵਾਲਾ, ਔਰ ਫਰੀਸੀ ਕਿਸ ਤਰ੍ਹਾਂ ਦੁਆ ਕਰਦਾ ਹੈ ਤੁਸੀਂ ਖੁਦ ਪੜ੍ਹ ਕੇ ਦੇਖ ਲੈਣਾ। ਔਰ ਟੈਕਸ ਲੈਣ ਵਾਲਾ, ਪ੍ਰਭੂ ਕਿਸ ਦੀ ਦੁਆ ਨੂੰ ਸੁਣਦਾ ਹੈ? ਟੈਕਸ ਲੈਣ ਵਾਲੇ ਦੀ ਦੁਆ ਨੂੰ ਸੁਣਦਾ ਹੈ। ਔਰ ਪ੍ਰਭੂ ਜੀ ਕਹਿੰਦਾ ਹੈ ਇਸ ਆਦਮੀ ਨੇ ਸਹੀ ਤਰ੍ਹਾਂ ਪ੍ਰਾਰਥਨਾ ਕੀਤੀ ਹੈ। ਫਿਰ ਖੁਦਾ ਦੀ ਬਾਣੀ ਵਿੱਚ ਲਿਖਿਆ ਹੈ, ਜੋ ਕਹੌਤਾ ਉਹਦਾ 11 ਅਧਿਆਇ 2 ਆਇਤ ਵਿੱਚ, ਪ੍ਰਭੂ ਝੂਠੇ ਮਾਪ ਵਰਤਣ ਵਾਲਿਆਂ ਨੂੰ ਘਿਰਨਾ ਕਰਦਾ ਹੈ ਪਰ ਉਹ ਸੱਚੇ ਮਾਪ ਵਾਲਿਆਂ ਤੋਂ ਖੁਸ਼ ਹੁੰਦਾ ਹੈ। ਜਦੋਂ ਅਸੀਂ ਨਾਪ ਤੋਲ ਵੀ ਕਰਦੇ ਹਾਂ ਨਾ, ਜਿਹੜੇ ਅਸੀਂ ਜਦੋਂ ਸਮਾਨ ਲੈਣ ਦੇ ਲਈ ਜਾਂਦੇ ਹਾਂ, ਕੋਈ ਸੌਦਾ ਲੈਣ ਦੀ ਦੁਕਾਨਾਂ 'ਤੇ, ਅਤੇ ਮਾਪ ਤੋਲ ਦੇ ਵਿੱਚ ਵੀ ਹੇਰਾਫੇਰੀ ਕਰਦੇ ਤਾਂ ਖੁਦਾ ਉਹ ਵੀ ਦੇਖਦਾ ਹੈ, ਯਾਦ ਰੱਖਣਾ। ਅਤੇ ਸੰਤ ਮਤੀ ਦੀ ਇੰਜੀਲ ਉਹਦਾ 11 ਅਧਿਆਇ 20 ਆਇਤ ਵਿੱਚ ਲਿਖਿਆ, ਮੇਰੇ ਕੋਲ ਸਿੱਖੋ, ਮੈਂ ਦਿਲ ਦਾ ਨਰਮ ਅਤੇ ਆਤਮਾ ਦਾ ਦੀਨ ਹਾਂ। ਪ੍ਰਭੂ ਜੀ ਕਹਿੰਦਾ ਤੁਸੀਂ ਮੇਰੇ ਕੋਲ ਸਿੱਖੋ। ਸੱਚਮੁੱਚ ਪ੍ਰਭੂ ਦੇ ਕੋਲ ਸਿੱਖਣਾ ਹੈ ਆਪਣੇ ਜੀਵਨ ਦੇ ਵਿੱਚ। ਖੁਦਾ ਨੇ ਸਾਨੂੰ ਚੁਣਿਆ ਹੈ ਆਪਣੀ ਸੇਵਾ ਦੇ ਲਈ। ਖੁਦਾ ਦਾ ਧੰਨਵਾਦ ਕਰਨਾ ਆਪਣੇ ਜੀਵਨ ਦੇ ਵਿੱਚ ਪ੍ਰੇਰਿਤ ਬਣਾਓ। ਅੱਜ ਜਦੋਂ ਅਸੀਂ ਮਹਾਨ ਸੰਤ ਦੀ ਈਦ ਮਨਾਉਂਦੇ ਹਾਂ, ਬਹੁਤ ਸਾਰੀਆਂ ਚੀਜ਼ਾਂ ਨੂੰ ਸਿੱਖਣ ਦੇ ਲਈ ਸਾਨੂੰ ਜੋ ਸਬਕ ਮਿਲਦਾ ਹੈ ਕਿ ਕਿਸ ਤਰ੍ਹਾਂ ਉਸਨੇ ਆਪਣਾ ਜੀਵਨ ਪ੍ਰਭੂ ਦੇ ਲਈ ਕੁਰਬਾਨ ਕੀਤਾ ਹੈ, ਆਪਣੇ ਮਾਂ ਬਾਪ ਨੂੰ ਛੱਡ ਦਿੱਤਾ, ਜਿਸ ਤਰ੍ਹਾਂ ਈਸ਼ਾ ਨਬੀ ਆਪਣੇ ਮਾਂ ਬਾਪ ਦੇ ਕੋਲ ਆਗਿਆ ਕੇ ਲੈਣ ਦੇ ਲਈ ਜਾਂਦਾ ਹੈ। ਇਸ ਤਰ੍ਹਾਂ ਸੰਤ ਫਰਾਂਸਿਸ, ਜੋ ਸੰਤ ਐਂਟਨੀ ਛੋਟੇ ਬਚਪਨ ਦੇ ਵਿੱਚ ਮਾਂ ਬਾਪ ਨੇ ਸੈਮਨਰੀ ਦੇ ਵਿੱਚ ਉਸਨੂੰ ਛੱਡ ਦਿੱਤਾ, ਪੜ੍ਹਾਈ ਕੀਤੀ, ਅੱਛੀ ਇਮਾਨਦਾਰੀ ਦੇ ਨਾਲ ਰਿਹਾ, ਪ੍ਰਭੂ ਨੇ ਬਰਕਤ ਦਿੱਤੀ। ਕਹਿੰਦੇ ਕਿ ਜੋ 35 ਸਾਲ ਦੇ ਵਿੱਚ ਉਹਦੇ ਜੋ ਦੇਹਾਂਤ ਹੋ ਗਿਆ ਸੀ, ਸਵਰਗਵਾਸ ਹੋ ਗਿਆ ਸੀ। ਔਰ ਕਹਿੰਦੇ ਕਲੀਸਿਆ ਦਾ ਵਿਦਵਾਨ, ਇੰਨਾ ਪੜ੍ਹਿਆ ਲਿਖਿਆ ਬੰਦਾ, ਪ੍ਰਚਾਰ ਕਰਦਾ, ਲੋਕ ਜੋ ਵਚਨ ਸੁਣਨ ਦੇ ਲਈ ਆਉਂਦੇ। ਖੁਦਾ ਨੇ ਸਾਨੂੰ ਵੀ ਬਰਕਤਾਂ ਦਿੱਤੀਆਂ ਹਨ। ਤੁਸੀਂ ਵੀ ਪ੍ਰਭੂ ਦਾ ਵਚਨ ਸੁਣਾ ਸਕਦੇ ਹੋ। ਅਸੀਂ ਵੀ ਪ੍ਰਭੂ ਦਾ ਕੰਮ ਕਰ ਸਕਦੇ ਆਪਣੇ ਕੰਮਾਂ ਦੇ ਰਾਹੀਂ, ਬੋਲਣ ਦੇ ਰਾਹੀਂ। ਦੁਆ ਕਰੀਏ ਪ੍ਰਭੂ ਦੇ ਅੱਗੇ ਇਹਨਾਂ ਦਿਨਾਂ ਦੇ ਵਿੱਚ ਜੋ ਮਹਾਂਮਾਰੀਆਂ ਹਨ, ਜੋ ਬਿਮਾਰੀਆਂ ਹਨ, ਜੋ ਮੁਸ਼ਕਲਾਂ ਹਨ, ਜੋ ਗਰੀਬੀ ਹੈ ਘਰਾਂ ਦੇ ਵਿੱਚੋਂ ਦੂਰ ਹੋ ਜਾਵੇ। ਯਿਸੂ ਸਾਡੇ 'ਤੇ ਰਹਿਮ ਕਰੇ, ਸਾਡੇ ਪਾਪਾਂ ਨੂੰ ਮਾਫ਼ ਕਰੇ। ਜਿਸ ਤਰ੍ਹਾਂ ਪ੍ਰਭੂ ਕਹਿੰਦਾ ਪਛਤਾਤਾਪ ਕਰੋ, ਪਛਤਾਤਾਪ ਕਰੀਏ, ਦੂਜਿਆਂ ਦੇ ਲਈ ਦੁਆ ਕਰੀਏ। ਧਰਤੀ ਉੱਤੇ ਜੋ ਲੋਕ ਬੁਰੇ ਕੰਮ ਕਰ ਰਹੇ ਹਨ, ਅਸੀਂ ਉਹਨਾਂ ਵਿੱਚ ਸ਼ਾਮਲ ਨਾ ਹੋਈਏ। ਭੈਣ ਤੇ ਭਰਾਓ, ਪ੍ਰਭੂ ਦੇ ਅੱਗੇ ਦੁਆ ਕਰੀਏ, ਖੁਦਾ ਤੁਹਾਨੂੰ ਬਰਕਤ ਦੀ ਆਸ਼ੀਸ਼ ਦੇਵੇ, ਤੁਹਾਡੇ ਬੱਚਿਆਂ ਨੂੰ ਆਸ਼ੀਸ਼ ਦੇਵੇ, ਬੱਚੇ ਵੀ ਤੁਹਾਡੇ ਵਿਦਵਾਨ ਬਣ ਜਾਣ, ਪੜ੍ਹਨ ਲਿਖਣ, ਧਰਮ ਦੀ ਸਿੱਖਿਆ ਹਮੇਸ਼ਾ ਲੈਣ ਦੇ ਲਈ ਅੱਗੇ ਆਉਣ, ਹਮੇਸ਼ਾ ਮਨ ਵਿੱਚ ਜਜ਼ਬਾ ਹੋਵੇ ਪ੍ਰਭੂ ਦੇ ਵਚਨ ਨੂੰ ਸੁਣਾਉਣ ਦਾ, ਦੁਆ ਸਿੱਖਣ ਦਾ, ਬਾਈਬਲ ਨੂੰ ਪੜ੍ਹਨ ਦਾ, ਕਲੀਸਿਆ ਦੇ ਇਤਿਹਾਸ ਨੂੰ ਪੜ੍ਹਨ ਦਾ, ਕਲੀਸਿਆ ਦੇ ਰਵਾਇਤਾਂ ਨੂੰ ਪੜ੍ਹਨ ਦਾ, ਅਤੇ ਖੁਦਾ ਦੇ ਚੁਣੇ ਹੋਏ ਲੋਕਾਂ ਦੇ ਕੋਲੋਂ ਹਮੇਸ਼ਾ ਜੋ ਚੰਗੀ ਸਲਾਹ ਲੈਣ ਦਾ ਮਨ ਵਿੱਚ ਸ਼ੌਂਕ ਹੋਵੇ ਤੁਹਾਨੂੰ ਸਾਰਿਆਂ ਨੂੰ। ਇਸ ਲਈ ਆਓ ਤੁਹਾਡੇ ਪਰਿਵਾਰਾਂ ਵਿੱਚ ਖੁਦਾ ਹਰ ਤਰ੍ਹਾਂ ਦੀ ਬਰਕਤ ਅਤੇ ਆਸ਼ੀਸ਼ ਦੇਵੇ ਅਤੇ ਸਾਨੂੰ ਸਾਰਿਆਂ ਖਤਰਿਆਂ ਤੋਂ ਪ੍ਰਭੂ ਜੀ ਬਚਾ ਕੇ ਰੱਖੇ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਦੀ ਇਸ ਮਹਾਨ ਈਦ ਦੇ ਮੌਕੇ 'ਤੇ ਬਹੁਤ ਬਹੁਤ ਵਧਾਈ ਹੋਵੇ। ਸਾਰਿਆਂ ਨੂੰ ਜੈ ਯਿਸੂ ਮਸੀਹ ਦੀ, ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ 'ਤੇ ਆਮੀਨ।